सत श्री अकाल जी सारिਆਂ ਨੂੰ। ਅੱਜ ਸਾਡੇ ਨਾਲ ਜੁੜ ਰਹੇ ਨੇ 7 ਤੋਂ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਤੇ ਬਹੁਤ ਹੀ ਮਜ਼ਬੂਤ ਕੈਂਡੀਡੇਟ ਰਣਮੀਕ ਜੋਤ ਕੌਰ। ਰਣਮੀਕ, ਮੈਂ ਤੁਹਾਡਾ ਬਹੁਤ ਸਵਾਗਤ ਕਰਦੀ ਹਾਂ। ਪਹਿਲਾਂ ਮੈਂ ਤੁਹਾਡਾ ਪੁੱਛਣਾ ਚਾਹੂੰਗੀ ਕਿ ਜਿਵੇਂ 24 ਘੰਟਿਆਂ ਤੋਂ ਵੀ ਘੱਟ ਦਾ ਟਾਈਮ ਰਹਿ ਗਿਆ ਹੈ, ਤੁਹਾਡੀ ਕੈਂਪੇਨਿੰਗ ਕਿਵੇਂ ਦੀ ਚੱਲ ਰਹੀ ਹੈ? ਕੈਂਪੇਨਿੰਗ ਬਸ ਅਸੀਂ ਮਿਹਨਤ ਕਰੀ ਜਾ ਰਹੇ ਹਾਂ, ਕਿਉਂਕਿ ਗੱਲ ਇਹ ਹੁੰਦੀ ਹੈ ਕਿ ਤੁਹਾਨੂੰ ਹੌਂਸਲਾ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇੱਕ ਕਦਮ ਪੱਟਣਾ ਜ਼ਰੂਰੀ ਹੈ। ਮਿਹਨਤ ਕਰੀ ਜਾਓ, ਹੌਂਸਲੇ ਬੁਲੰਦ ਰੱਖੋ, ਬਾਕੀ ਸਭ ਰੱਬ 'ਤੇ ਛੱਡ ਦਿਓ। ਸਟੂਡੈਂਟਸ ਦਾ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਹੈ? ਤੁਹਾਨੂੰ ਕੀ ਲੱਗਦਾ ਹੈ ਤੁਹਾਨੂੰ ਕਿ ਕੀ ਬਣੂਗਾ? ਕਾਫੀ ਪੋਜ਼ੀਟਿਵ ਰਿਸਪੌਂਸ ਆ ਰਿਹਾ ਸਟੂਡੈਂਟਸ ਦਾ, ਐਸਪੈਸ਼ਲੀ ਜਿਹੜੀਆਂ ਗਰਲਸ ਨੇ ਅਤੇ ਮੇਰੇ ਸਾਇੰਸ ਬੈਕਗਰਾਊਂਡ ਤੋਂ ਜਿੰਨੇ ਵੀ ਨੇ, ਕਿਉਂਕਿ ਬਹੁਤ ਰੇਅਰਲੀ ਕਿਸੇ ਨੂੰ ਅੱਗੇ ਮੌਕਾ ਮਿਲਦਾ ਅਤੇ ਮੈਂ ਇਹ ਆਪਣੀ ਨੋਮੀਨੇਸ਼ਨ ਫਾਈਲ ਹੋਣ ਤੋਂ ਪਹਿਲਾਂ ਵੀ ਇਹੀ ਚੀਜ਼ ਅੱਗੇ ਹਮੇਸ਼ਾ ਰੱਖੀ ਹੈ। ਤਾਂ ਮੈਨੂੰ ਐਂ ਲੱਗਦਾ ਕਿ ਇੱਕ ਛੋਟੀ ਜਿਹੀ ਜਿੱਤ ਜਿਹੜੀ ਅਵੇਅਰਨੈਸ ਸੀਗੀ ਇਸ ਯੂਨੀਵਰਸਿਟੀ ਦੇ ਵਿੱਚ ਲਿਆਉਣ ਵਾਲੀ, ਉਹ ਤਾਂ ਅਸੀਂ ਕਰ ਹੀ ਲਈ ਹੈ। ਤਾਂ ਹੀ ਤਾਂ ਇਸ ਬਾਰੀ ਜੇ ਤੁਸੀਂ ਪਿਛਲੇ ਵੀ ਜਿੰਨੇ ਇਲੈਕਸ਼ਨ ਦੇਖ ਲਓ ਸਾਊਥ ਕੈਂਪਸ ਤੋਂ ਜਾਂ ਸਾਇੰਸਿਸ ਬੈਕਗਰਾਊਂਡ 'ਚੋਂ, ਇੰਨੀ ਰੇਅਰਲੀ ਕਿਸੇ ਨੂੰ ਨਹੀਂ ਮੌਕਾ ਮਿਲਦਾ। ਅਤੇ ਇਸ ਸਾਲ ਹੁਣ ਮੇਰੇ ਆਪ ਦੇ ਹੀ ਪੋਸਟ 'ਤੇ ਸਿੱਧਾ UIT 'ਚ 3 ਬੰਦੇ ਹੀ ਖੜੇ ਹੋ ਗਏ, ਇੱਕੋ ਹੀ ਕੈਂਪਸ ਦੇ, ਇੱਕੋ ਹੀ ਡਿਪਾਰਟਮੈਂਟ ਦੇ। ਸੋ ਆਈ ਥਿੰਕ ਉਹ ਇੱਕ ਅਵੇਅਰਨੈਸ ਤਾਂ ਜ਼ਰੂਰ ਜਾਗ ਚੁੱਕੀ ਹੈ। ਰਣਮੀਕ, ਜਿਵੇਂ ਕਿ ਤੁਸੀਂ ਇੱਕ ਫੀਮੇਲ ਕੈਂਡੀਡੇਟ ਹੋ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ 'ਤੇ ਤੁਸੀਂ ਆਪਦੇ ਆਪ ਨੂੰ ਕਿਵੇਂ ਵੇਖਦੇ ਹੋ? ਮੈਨੂੰ ਐਂ ਲੱਗਦਾ ਹੈ ਕਿ ਇੱਕ ਮਤਲਬ ਕੁੜੀਆਂ ਦੇ ਵਿੱਚ ਨਾ ਸਾਡੇ ਇੱਥੇ ਬਹੁਤ ਜ਼ਿਆਦਾ ਇੱਕ ਇਸ਼ੂ ਆਉਂਦਾ ਕਿ ਸਾਡੀ ਸਿਕਿਉਰਿਟੀ ਨੂੰ ਲੈ ਕੇ ਹੁੰਦਾ ਹੈ। ਇੱਕ ਸਿਰਫ ਫੈਮਿਲੀ ਪ੍ਰੈਸ਼ਰ ਨਹੀਂ ਹੁੰਦਾ, ਸੁਸਾਇਟੀ ਦਾ ਪ੍ਰੈਸ਼ਰ ਹੁੰਦਾ ਹੈ, ਪਿੱਛੋਂ ਦੀ ਇੱਕ ਸਿਕਿਉਰਿਟੀ ਦਾ। ਸਾਡੇ ਇੱਕ ਦਿਮਾਗ ਦੇ ਵਿੱਚ, ਇੱਕ ਦਿਲ ਦੇ ਵਿੱਚ ਇੱਕ ਇਹ ਗੱਲ ਹੁੰਦੀ ਹੈ ਕਿ ਜੇ ਅਸੀਂ ਅੱਗੇ ਵੱਧ ਗਏ, ਸਾਡੇ ਨਾਲ ਕੁਛ ਹੋ ਗਿਆ ਤਾਂ ਕੀ ਹੋਊਗਾ। ਤਾਂ ਉਹਨਾਂ ਕੁੜੀਆਂ ਲਈ ਇੱਕ ਮਤਲਬ ਮੈਨੂੰ ਐਂ ਲੱਗਦਾ ਕਿ ਸ਼ਾਇਦ ਉਹਨਾਂ ਦੀ ਪਿੱਠਾਂ ਹੈ ਕਿ ਜਿਹੜੀਆਂ ਕੁੜੀਆਂ ਆਪ ਅੱਗੇ ਆ ਨਹੀਂ ਸਕਦੀਆਂ ਪਰ ਇੰਟਰਨਲੀ ਜਿਵੇਂ ਕਹਿੰਦੀਆਂ ਨੇ ਕਿ ਹਾਂ ਅਸੀਂ ਚਾਹੁੰਦੇ ਹਾਂ ਕਿ ਕੁੜੀਆਂ ਅੱਗੇ ਆਉਣ, ਅਸੀਂ ਤੁਹਾਨੂੰ ਸਪੋਰਟ ਕਰਾਂਗੇ। ਸੋ ਉਹਨਾਂ ਲਈ ਮੈਨੂੰ ਐਂ ਲੱਗਦਾ ਕਿ ਸ਼ਾਇਦ ਮੈਂ ਉਹਨਾਂ ਲਈ ਇੱਕ ਇੰਸਪੀਰੇਸ਼ਨ ਜ਼ਰੂਰ ਬਣਨਾ ਚਾਹੂੰਗੀ। ਅਤੇ ਮੈਂ ਆਪ ਜਿਵੇਂ ਸਭ ਤੋਂ ਯੰਗੈਸਟ ਟਾਈਮ ਜਸਟ 19 ਈਅਰਸ ਓਲਡ, ਸੋ ਮੈਂ ਜੇ ਇਸ ਏਜ ਦੇ ਵਿੱਚ ਇੰਨੇ ਗਟਸ ਰੱਖ ਰਹੀ ਅੱਗੇ ਆਉਣ ਦੇ, ਸੋ ਆਈ ਨੀਡ ਦੇਅਰ ਸਪੋਰਟ ਟੂ, ਕਿ ਉਹ ਅਸੀਂ ਹੁਣ ਇੱਕ ਰੈਵੋਲਿਊਸ਼ਨ ਲਿਆਈਏ ਇਸ ਯੂਨੀਵਰਸਿਟੀ ਦੇ ਵਿੱਚ। ਬਿਕੋਜ਼ ਜਦੋਂ 70 to 75% ਗਰਲਸ ਨੇ ਇਸ ਯੂਨੀਵਰਸਿਟੀ ਦੇ ਵਿੱਚ, ਤਾਂ ਇੱਕ ਕੁੜੀਆਂ ਨੂੰ ਕਾਊਂਸਲ ਦੇ ਵਿੱਚ ਅੱਗੇ ਪਾਵਰ ਕਿਉਂ ਨਹੀਂ ਮਿਲਦੀ? ਦੈਟ ਇਜ਼ ਅ ਬਿਗ ਕੁਐਸਚਨ ਵਿਚ ਹੈਜ਼ ਟੂ ਬੀ ਰੇਜ਼ਡ। ਰਣਮੀਕ, ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਕਿ ਹੋਰ ਕਿਹੜੇ ਮਸਲੇ ਨੇ ਜਿਨ੍ਹਾਂ 'ਤੇ ਤੁਸੀਂ ਕੰਮ ਕਰੋਗੇ, ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ? ਸਭ ਤੋਂ ਪਹਿਲਾਂ ਤਾਂ ਇੱਕ ਜਿਹੜਾ ਮੇਜਰ ਮਸਲਾ ਹੈ ਕਿ ਜਿਹੜੇ ਸਾਡੇ ਇੱਥੇ ਇਲੈਕਟਿਵ ਕੈਂਡੀਡੇਟਸ ਹੁੰਦੇ ਨੇ, ਕਾਊਂਸਲ ਦੇ ਵਿੱਚ ਜਾਂਦੇ ਨੇ, ਦੇ ਡੂ ਨਾਟ ਹੈਵ ਐਨੀ ਵੋਟਿੰਗ ਕ੍ਰਾਈਟੀਰੀਆ। ਸੋ ਦੈਟ ਹੈਜ਼ ਟੂ ਬੀ ਇਸਟੈਬਲਿਸ਼ਡ, ਤਾਂ ਹੀ ਜਿਹੜੇ ਸਾਡੇ ਇਸ਼ੂਜ਼ ਨੇ ਉਹਨਾਂ ਨੂੰ ਪ੍ਰਾਇਓਰਟਾਈਜ਼ ਕੀਤਾ ਜਾਊਗਾ ਐਂਡ ਉਸ ਦੇ ਉੱਤੇ ਐਕਸ਼ਨ ਛੇਤੀ ਤੋਂ ਛੇਤੀ ਪ੍ਰੋਮਪਟਲੀ ਲਿੱਤਾ ਜਾਏਗਾ। ਸੈਕੰਡਲੀ, ਰਿਸਰਚ ਸਕਾਲਰਸ ਬਾਰੇ ਇੱਕ ਹੈਗਾ ਕਿ ਜਿਹੜੇ ਰਿਸਰਚ ਸਕਾਲਰਸ ਨੇ, ਦੀ ਐਬਸੋਲਿਊਟ ਪਾਵਰ ਇਜ਼ ਟੂ ਦੀ ਗਾਈਡ। ਸੋ ਉਹਨਾਂ ਲਈ ਗ੍ਰੀਵੈਂਸ ਸੈੱਲ ਹੈਜ਼ ਟੂ ਬੀ ਇੰਟਰੋਡਿਊਸ, ਜੋ ਉਹਨਾਂ ਦੀ ਐਕਸਪਲੋਇਟੇਸ਼ਨ ਹੋ ਰਹੀ ਹੈ ਉਸ ਨੂੰ ਐਨਕੰਪਾਸ ਕਰ ਸਕੀਏ ਅਸੀਂ। ਥਰਡਲੀ, PU ਦੀ ਸਟੈਂਡਰਡਾਈਜੇਸ਼ਨ ਆਫ ਫੂਡ ਸੈਨੀਟੇਸ਼ਨ, ਬਿਕੋਜ਼ ਮੈਂ ਆਪ ਇੱਕ ਡੈਂਟਲ ਡਿਪਾਰਟਮੈਂਟ ਤੋਂ ਆਉਂਦੀ ਹਾਂ, ਹੈਲਥ ਪ੍ਰੋਫੈਸ਼ਨਲ ਜਿਹੜੇ ਸਾਡੇ ਨਾਲ ਉਹਦੇ ਨਾਲ ਲਿੰਕ ਹੋ ਜਾਂਦਾ ਹੈ। ਸੋ ਫੂਡ ਦੀ ਸਟੈਂਡਰਡਾਈਜੇਸ਼ਨ ਐਂਡ ਸੈਨੀਟੇਸ਼ਨ ਇਜ਼ ਆਲਵੇਜ਼ ਬਿਕਮਿੰਗ ਅ ਪ੍ਰਾਇਓਰਿਟੀ। ਅਦਰ ਦੈਨ ਦੈਟ, ਕਮਿੰਗ ਫਰੋਮ ਮਾਈ ਓਨ ਡਿਪਾਰਟਮੈਂਟ, ਜਦੋਂ ਸੈਲਫ ਫਾਈਨਾਂਸ ਮਾਡਲ ਯੂਨੀਵਰਸਿਟੀ 'ਚ ਇੰਟਰੋਡਿਊਸ ਹੋ ਚੁੱਕਿਆ ਹੈ, ਇੰਨੀ ਹਾਈਕ ਹੈ ਫੀਸਿਸ ਦੀ, ਬਟ ਸਟਿਲ ਜਿਹੜਾ ਸਾਡਾ ਸਟਾਈਪੈਂਡ ਹੈ ਸਟਿਲ 9,000 ਜਿਹੜੇ ਇੰਟਰਨਸ ਨੂੰ ਮਿਲਦੇ ਨੇ। ਸੋ ਵਿਚ ਇਜ਼ ਕੁਆਇਟ ਲੋ ਇਨ ਕੰਪੈਰੀਜ਼ਨ ਟੂ ਦ ਡਿਫਰੈਂਟ ਕਾਲਜਸ ਆਫ ਦੀ ਨੇਸ਼ਨ। ਈਵਨ ਲਾਈਕ ਇਫ ਆਈ ਟਾਕ ਅਬਾਊਟ GMCH ਐਂਡ ਦੀ ਅਦਰ ਕਾਲਜਸ ਇਨ ਪੰਜਾਬ ਗਵਰਨਮੈਂਟ, ਉੱਥੇ ਕੰਪੈਰੇਟਿਵਲੀ ਉਸ ਦੇ ਹਿਸਾਬ ਨਾਲ ਸਾਡਾ ਸਟਾਈਪੈਂਡ ਬਹੁਤ ਲੈਸ ਹੈ। ਸੋ ਦੈਟ ਹੈਜ਼ ਟੂ ਬੀ ਰੇਜ਼ਡ। ਅਦਰ ਦੈਨ ਦੈਟ, ਜਿਹੜੇ ਸਾਡੇ ਲੈਬੋਰਟਰੀ ਦੇ ਇੰਸਟਰੂਮੈਂਟਸ ਹੁੰਦੇ ਨੇ, ਜਿਹੜੇ ਬੇਸਿਕ ਇੰਸਟਰੂਮੈਂਟਸ ਨੇ, ਦੈਟ has to be repaired and replaced. The placement cell has to be improved, because placement cell ਦੇ ਵਿੱਚ ਪ੍ਰੋਬਲਮ ਇਹ ਹੈ ਕਿ ਸਾਡਾ ਜਿਹੜਾ ਸਕੋਪ ਹੈ ਇਟਸ ਵੈਰੀ ਲਿਮਿਟਡ। ਸਾਨੂੰ ਪਤਾ ਹੈ ਕਿ ਹਰ ਰੋਜ਼ in the not just in science background, everywhere there are advances coming up. So there are many fields which are emerging into the professions, into different professions. ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਮਿਥ ਬੈਠਾ ਹੋਇਆ that if you're doing basic sciences, or even if you're doing BDS, the only option left with you is either you go for MDS, or if you're doing basic sciences you go for a job in being a professor or a teaching job. But that's not the case. There are many fields emerging out. May that be human genomics, may that be stem cell, may that be analytical chemistry, food chemistry, biotechnology, biomedical sciences. There are many fields emerging out. So ਉਸ ਲਈ ਅਵੇਅਰਨੈਸ ਇੰਟਰੋਡਿਊਸ ਕਰਨੀ ਬਹੁਤ ਜ਼ਿਆਦਾ ਜ਼ਰੂਰਤ ਹੈ। ਜਦੋਂ ਅਸੀਂ ਅਵੇਅਰਨੈਸ ਇੰਟਰੋਡਿਊਸ ਕਰਾਂਗੇ ਤਾਂ ਹੀ ਜਿਹੜੇ ਸਾਡੇ ਸਟੂਡੈਂਟਸ ਨੇ ਦੇ ਕੈਨ ਗੋ ਟੂ ਡਿਫਰੈਂਟ ਫੀਲਡਸ, ਬਿਕੋਜ਼ ਇਨ ਰਿਐਲਿਟੀ ਇਸ ਨੇਸ਼ਨ ਦੇ ਵਿੱਚ ਸਾਨੂੰ ਪਤਾ ਹੈ ਕਿ ਦ ਪੋਪੂਲੇਸ਼ਨ ਇਜ਼ ਇਨਕਰੀਜ਼ਿੰਗ
ਅਵੇਅਰਨੈਸ ਵੱਧ ਰਹੀ ਹੈ, ਲਿਟਰੇਸੀ ਰੇਟ ਇਜ਼ ਇਨਕਰੀਜ਼ਿੰਗ, ਸੋ ਉਸ ਦੇ ਕਾਰਨ ਜਿਹੜਾ ਇੰਪਲੋਇਮੈਂਟ ਰੇਟ ਹੈ ਦੈਟ ਇਜ਼ also further decreasing because of privatization being introduced by the governments everywhere in every sector. So usu encompass currently we have to increase or widen up the scope and the field of vision. And other than that jehde ek basic jiਵੇਂ elective एक marking scheme has to be introduced in the UIT departments, in the IIT department, and so एक ਜਿਹੜੇ basic ਚੀਜ਼ਾਂ ਨੇ। Thank you so much Ramneek, thank you, all the best ਤੁਹਾਨੂੰ elections ਲਈ। Thank you so much।